ਗੁਰੂ ਸਾਹਿਬ ਜੀ। ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਜਨ ਰਾਮਦਾਸ ਅਰਜਨ ਗੁਰੂ ਬਰਸ਼ੀ ਹਰਿ ਗੋਬਿੰਦ ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸਮੈ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਧਾਰ ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜਬ ਮਮ ਪਿਤ ਤਪ ਹੇਤ ਪਧਾਰਾ ਮੰਦਰਾਚਲ ਪਰ ਹਠ ਵਡ ਧਾਰਾ ਸੁਨ ਕਰ ਸ਼੍ਰੋਣ ਸੁਰਨ ਸਮੂਹਾ ਸੈਨ ਬਟੋਰੀ ਕੀਨੀ ਵਿਊਹਾ ਜਬ ਮਮ ਪਿਤ ਤਬ ਹੇਤ ਪਧਾਰਾ। ਜਬਰ ਛਤਰ ਤਖਤ ਕੇ ਮਾਲਕ ਗੁਰ ਤਖਤ ਦੇ ਉੱਪਰ ਸੁਭਾਇਮਾਨ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਜੁਗੋ ਜੁਗ ਅਟਲ ਸਤਿਗੁਰੂ ਗਰੀਬ ਨਵਾਜ ਜਾਹਰਾ ਜਹੂਰ ਹਾਜ਼ਰਾ ਹਜੂਰ ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਰਮ ਪਾਵਨ ਪਵਿੱਤਰ ਹਜ਼ੂਰੀ ਅੰਦਰ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਾਰੇ ਉਪਕਾਰੀ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਮੁਬਾਰਕ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਵਿਖੇ ਸੰਧਿਆ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਲਵਾ ਰਹੀ ਨਤਮਸਤਕ ਹੋ ਰਹੀ ਸਮੂਹ ਗੁਰੂ ਕੀ ਸੰਗਤ ਜੀ। ਵੱਡੇ ਭਾਗ ਹੈ ਜੋ ਸਤਿਗੁਰਾਂ ਦੇ ਪਾਵਨ ਅੰਮ੍ਰਿਤ ਦਰਸ਼ਨ ਦੇ ਦਾਰਾਂ ਦੀ ਪ੍ਰਾਪਤੀ ਹੋ ਰਹੀ ਹੈ ਅਤੇ ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਸ਼ਰਵਣ ਕਰਨ ਦੇ ਵਾਸਤੇ ਸਤ ਸੰਗਤ ਦੇ ਵਿੱਚ ਜੁੜੇ ਹਾਂ।
ਗਰੀਬ ਨਵਾਜ ਗੁਰੂ ਸਾਹਿਬ ਜੀਆਂ ਦਾ ਪਾਵਨ ਅੰਮ੍ਰਿਤ ਫਰਮਾਨ ਹੈ। ਸੁਣ ਹਰ ਕਥਾ ਉਤਾਰੀ ਮੈਲ। ਗੁਰੂ ਸਾਹਿਬ ਜੀਆਂ ਦੇ ਪਾਵਨ ਜੀਵਨ ਦੀ, ਗੁਰ ਇਤਿਹਾਸ ਦੀ, ਗੁਰਬਾਣੀ ਦੀ ਕਥਾ ਸ਼ਰਵਣ ਕਰਨ ਦਾ ਕਰਕੇ ਮਨੁੱਖ ਦੇ ਮਨ ਦੀ ਮੈਲ ਉਤਰਦੀ ਹੈ ਤੇ ਮਨ ਨਿਰਮਲ ਹੁੰਦਾ, ਪਵਿੱਤਰ ਹੁੰਦਾ ਅਤੇ ਪਵਿੱਤਰ ਹੋਏ ਮਨ ਦੇ ਵਿੱਚ ਪਰਮੇਸ਼ਰ ਵਸਦਾ ਹੈ। ਪਰਮੇਸ਼ਰ ਦਾ ਨਾਮ ਵਸਦਾ ਹੈ। ਜਿੱਥੇ ਪਰਮੇਸ਼ਰ ਦਾ ਨਾਮ ਵਸਦਾ ਉੱਥੇ ਸੁੱਖ ਵਸਦਾ ਹੈ। ਸੋ ਆਓ ਸੁੱਖਾਂ ਦੇ ਅਧਿਕਾਰੀ ਬਣੀਏ। ਜਿਹੜੀਆਂ ਨਗਰ ਨਿਵਾਸੀ ਸੰਗਤਾਂ ਅਜੇ ਗੁਰੂ ਘਰ ਨਹੀਂ ਪੁੱਜੀਆਂ, ਉਦਮ ਕਰੋ ਭਾਈ। ਥੋੜੇ ਤੋਂ ਥੋੜਾ ਸਮਾਂ ਗੁਰ ਇਤਿਹਾਸ ਦੀ ਕਥਾ ਦੇ ਵਿੱਚ ਬਤੀਤ ਕਰਨ ਦਾ ਯਤਨ ਬਣਾਓ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਗੁਰਬਖਸ਼ਿਸ਼ ਗੁਰਫਤਿਹ ਵਿੱਚ ਸਾਂਝ ਪਾਓ। ਸਭ ਸੰਗਤ ਬੁਲੰਦ ਆਵਾਜ਼ ਵਿੱਚ ਬੁਲਾਓ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਗੁਰੂ ਨਾਨਕ ਦੇਵ ਸਾਹਿਬ ਜੀ, ਭਗਤ ਪ੍ਰਹਿਲਾਦ ਸਾਹਿਬ ਜੀਆਂ ਦਾ ਪਾਵਨ ਪ੍ਰਸੰਗ ਭਾਈ ਬਾਲੇ ਅਤੇ ਭਾਈ ਮਰਦਾਨੇ ਨੂੰ ਸ਼ਰਵਣ ਕਰਾ ਰਹੇ ਹਨ। ਜਿਸ ਵਕਤ ਹਰ ਰੋਜ਼ ਪਾਠਸ਼ਾਲਾ ਦੇ ਵਿੱਚ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਫਰਮਾਇਆ, ਭਗਤ ਪ੍ਰਹਿਲਾਦ ਸਾਹਿਬ ਜੀ ਸਹਿਪਾਠੀ ਬੱਚਿਆਂ ਨੂੰ, ਸਕੂਲਦਿਆਂ ਨੂੰ ਇਕੱਤਰ ਕਰਕੇ ਤੇ ਪਰਮੇਸ਼ਰ ਦੇ ਨਾਮ ਦਾ ਮਹਾਤਮ ਸਮਝਾਉਂਦੇ, ਪਰਮੇਸ਼ਰ ਦਾ ਨਾਮ ਜਪਾ ਰਹੇ ਸਨ। ਤਾਂ ਜਿੰਨੇ ਦੈਂਤ ਪੁੱਤਰ ਸੀ, ਸਹਿਪਾਠੀ ਸਨ ਭਗਤ ਪ੍ਰਹਿਲਾਦ ਸਾਹਿਬ ਜੀਆਂ ਦੇ, ਉਹਨਾਂ ਨੇ ਸਾਰਿਆਂ ਨੇ ਹੱਥ ਜੋੜ ਕੇ ਭਗਤ ਪ੍ਰਹਿਲਾਦ ਸਾਹਿਬ ਦੇ ਅੱਗੇ ਸਵਾਲ ਕੀਤਾ। ਪੁੱਛਿਆ ਕਿ ਹੇ ਭਗਤ ਪ੍ਰਹਿਲਾਦ ਸਾਹਿਬ ਜੀ, ਤੁਹਾਡੀ ਆਰਜਾ ਵੀ ਸਾਡੇ ਜਿੰਨੀ ਹੈ, ਉਮਰ ਵੀ ਤੇ ਪੜ੍ਹਾਈ ਵੀ ਤੁਸੀਂ ਸਾਡੇ ਨਾਲ ਹੀ ਪੜ੍ਹਦੇ ਹੋ, ਪਰ ਜੋ ਪਰਮੇਸ਼ਰ ਦੇ ਸੰਬੰਧ ਦਾ ਐਡਾ ਵੱਡਾ ਗਿਆਨ ਹੈ, ਉਹ ਗਿਆਨ ਤੁਹਾਨੂੰ ਕਿੱਥੋਂ ਪ੍ਰਾਪਤ ਹੋਇਆ? ਕਿਉਂਕਿ ਅਸੀਂ ਤੇ ਤੁਸੀਂ ਇੱਕੇ ਗੁਰੂ ਦੇ ਪਾਸੋਂ ਪੜ੍ਹਦੇ ਹਾਂ, ਇੱਕੇ ਸਕੂਲ ਦੇ ਵਿੱਚ ਪੜ੍ਹਦੇ ਹਾਂ। ਤੁਸੀਂ ਕਿਸੇ ਹੋਰ ਮਾਸਟਰ ਦੇ ਕੋਲੇ, ਕਦੇ ਕਿਸੇ ਪਾਂਧੇ ਦੇ ਕੋਲ ਨਹੀਂ ਗਏ, ਕਦੇ ਕਿਸੇ ਗੁਰੂ ਕੋਲੇ ਨਹੀਂ ਗਏ, ਔਰ ਨਾ ਹੀ ਕੋਈ ਹੋਰ ਗੁਰੂ ਇਸ ਥਾਂ ਤੇ ਆ ਕੇ ਤੁਹਾਨੂੰ ਪੜ੍ਹਾ ਕੇ ਜਾਂਦਾ ਹੈ। ਨਾ ਤੁਹਾਨੂੰ ਕਦੇ ਕੋਈ ਸਤ ਸੰਗਤ ਦੇ ਵਿੱਚ ਆਣ ਕਰਕੇ ਦੂਜਾ ਪੁਰਸ਼ ਮਿਲਿਆ ਹੈ। ਹੋਰ ਜਦੋਂ ਕੋਈ ਆਇਆ ਨਹੀਂ, ਕੋਈ ਗਿਆ ਨਹੀਂ, ਤੇ ਪਰਮੇਸ਼ਰ ਦੇ ਸੰਬੰਧ ਦਾ ਜਿਹੜਾ ਐਸਾ ਗਿਆਨ, ਇਹ ਗਿਆਨ ਤੁਹਾਨੂੰ ਕਿੱਥੋਂ ਪ੍ਰਾਪਤ ਹੋ ਗਿਆ? ਸਾਡੇ ਹਿਰਦੇ ਦੇ ਵਿੱਚ ਇਹ ਸ਼ੱਕ ਹੈ। ਤੁਸੀਂ ਕਿਰਪਾ ਕਰਕੇ ਸਾਡੇ ਹਿਰਦੇ ਦਾ ਜਿਹੜਾ ਇਹ ਸੰਸਾ ਹੈ, ਇਸ ਨੂੰ ਜਵਾਬ ਦੇ ਕੇ ਮਿਟਾਵੋ। ਜਦੋਂ ਭਗਤ ਪ੍ਰਹਿਲਾਦ ਸਾਹਿਬ ਜੀਆਂ ਨੇ ਆਪਣੇ ਸਹਿਪਾਠੀਆਂ ਦੀ ਐਸੀ ਬੋਲਬਾਣੀ ਸੁਣੀ ਹੈ, ਐਸੀ ਪ੍ਰਾਰਥਨਾ ਸੁਣੀ ਹੈ, ਤਾਂ ਉਹਨਾਂ ਦਾ ਸ਼ੰਕਾ ਮਿਟਾਉਣ ਦੇ ਵਾਸਤੇ ਭਗਤ ਪ੍ਰਹਿਲਾਦ ਸਾਹਿਬ ਦੱਸਦੇ ਹਨ ਕਿ ਜੋ ਬ੍ਰਹਮ ਦਾ ਗਿਆਨ ਹੈ, ਉਹ ਭਗਤ ਪ੍ਰਹਿਲਾਦ ਸਾਹਿਬ ਜੀਆਂ ਨੂੰ ਕਿੱਥੋਂ ਪ੍ਰਾਪਤ ਹੋਇਆ ਹੈ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਇਹ ਸਾਰੀ ਘਟਨਾ ਭਾਈ ਬਾਲੇ ਅਤੇ ਭਾਈ ਮਰਦਾਨੇ ਨੂੰ ਜਿਸ ਸਮੇਂ ਗਰੀਬ ਨਵਾਜ ਸੱਚੇ ਪਾਤਸ਼ਾਹ ਉਦਾਸੀ ਦੇ ਸਮੇਂ ਯਾਤਰਾ ਕਰ ਰਹੇ ਸਨ, ਤਾਂ ਰਸਤੇ ਦੇ ਵਿੱਚ ਚੱਲੇ ਜਾਂਦਿਆਂ ਸ਼ਰਵਣ ਕਰਵਾ ਰਹੇ ਹਨ। ਆਓ ਆਪਾਂ ਵੀ ਇਸ ਪਾਵਨ ਇਤਿਹਾਸਕ ਪ੍ਰਸੰਗ ਨੂੰ ਸੁਣ ਕੇ ਤੇ ਲਾਹਾ ਖੱਟੀਏ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਜਬ ਮਮ ਪਿਤ ਤਪ ਹੇਤ ਪਧਾਰਾ। ਭਗਤ ਪ੍ਰਹਿਲਾਦ ਸਾਹਿਬ ਜੀ ਦੱਸਦੇ ਹਨ ਕਿ ਜਿਸ ਵਕਤ
ਮੇਰੇ ਪਿਤਾ ਭਾਵ ਹਰਨਾਖਸ਼ ਸੀ ਜਿਹੜਾ, ਉਹ ਤਪ ਕਰਨ ਦੇ ਵਾਸਤੇ ਗਿਆ ਨਾ। ਤਪ ਤਾਂ ਹਰਨਾਖਸ਼ ਨੇ ਵੀ ਕੀਤਾ ਸੀ। ਇੰਨਾ ਬਲ, ਇੰਨਾ ਪ੍ਰਤਾਪ, ਇੰਨੀ ਪੂੰਜੀ, ਸਭ ਕੁਝ ਤਪ ਦੇ ਵਿੱਚੋਂ ਹੀ ਪ੍ਰਾਪਤ ਹੋਇਆ ਭਗਤ ਸਾਹਿਬ ਜੀਆਂ ਦੇ ਤਾਈਂ। ਤਾਂ ਭਗਤ ਸਾਹਿਬ ਜੀਆਂ ਦੇ ਪਿਤਾ ਦੇ ਤਾਈਂ ਤਾਂ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਦੱਸ ਰਹੇ, ਭਗਤ ਪ੍ਰਹਿਲਾਦ ਸਾਹਿਬ ਜੀਆਂ ਨੇ ਦੱਸਿਆ, ਕਹਿਣ ਲੱਗੇ ਜਦੋਂ ਮੇਰੇ ਪਿਤਾ ਤਪ ਕਰਨ ਦੇ ਵਾਸਤੇ ਗਏ, ਮੰਦਰਾਚਲ ਪਰ ਹੱਠ ਵੱਡ ਧਾਰਾ। ਜਿਹੜਾ ਮੰਦਰਾਚਲ ਪਰਬਤ ਸੀ ਨਾ, ਮੰਦਰਾਚਲ ਪਰਬਤ ਦਾ ਨਾਮ ਬੜਾ ਵੱਡਾ ਇਹ ਪਹਾੜ ਸੀ। ਇਸ ਪਹਾੜ ਦੇ ਉੱਪਰ ਜਾ ਕਰਕੇ ਤੇ ਬੜਾ ਹੱਠ ਕੀਤਾ ਹਰਨਾਖਸ਼ ਨੇ, ਵਾਹਿਗੁਰੂ ਦਾ ਨਾਮ ਜਪਦਿਆਂ। ਕਈ ਵਰ੍ਹੇ ਇੱਕ ਚੌਂਕੜੇ ਦੇ ਵਿੱਚ ਸਮਾਧੀ ਲਾ ਕੇ ਪਰਮੇਸ਼ਰ ਦਾ ਨਾਮ ਜਪਿਆ। ਠੰਡੀਆਂ ਬਰਫੀਲੀਆਂ ਹਵਾਵਾਂ ਤੇ ਬਰਫ਼ ਨੂੰ ਆਪਣੇ ਸਿਰ ਤੇ ਸਹਾਰਿਆ। ਫਿਰ ਇੱਕ ਲੱਤ ਦੇ ਭਾਰ ਉੱਠ ਕਰਕੇ ਖਲੋ ਕਰਕੇ ਲੰਮੀ ਤਪੱਸਿਆ ਕੀਤੀ ਤੇ ਬੜੀ ਅਚਾਲਤ ਤੇ ਬੜੀ ਪਰਪੱਕ ਡੂੰਘੀ ਸਮਾਧੀ ਹਰਨਾਖਸ਼ ਦੀ ਉਸ ਵਾਹਿਗੁਰੂ ਦੇ ਤਪ ਦੇ ਵਿੱਚ ਲੱਗੀ। ਤੇ ਫਿਰ ਵਾਹਿਗੁਰੂ ਨੇ ਪ੍ਰਸੰਨ ਹੋ ਕੇ ਅਨੇਕਾਂ ਵਾਰਸ ਸਨ ਜਿਹੜੇ, ਤੇ ਅਨੰਤ ਬਲ ਭਗਤ ਪ੍ਰਹਿਲਾਦ ਸਾਹਿਬ ਜੀ ਦੇ ਪਿਤਾ ਭਾਵ ਹਰਨਾਖਸ਼ ਦੇ ਤਾਈਂ ਬਖਸ਼ਿਸ਼ ਕੀਤਾ ਸੀ। ਸੋ ਕਹਿੰਦੇ ਉੱਥੇ ਜਾ ਕੇ ਉਹਨਾਂ ਨੇ ਬੜੀ ਭਾਰੀ ਤਪੱਸਿਆ ਕੀਤੀ ਤੇ ਹਠ ਯੋਗ ਦੇ ਰਾਹੀਂ ਪਰਮੇਸ਼ਰ ਦਾ ਸਿਮਰਨ ਭਜਨ ਕੀਤਾ ਹੈ। ਸੁਨ ਕਰ ਸਰੋਨ ਸੁਰਨ ਸਮੂਹਾ। ਜਦੋਂ ਸਾਰੇ ਦੇਵਤਿਆਂ ਨੇ ਇਸ ਗੱਲ ਦੇ ਤਾਈਂ ਸੁਣਿਆ ਕੰਨਾਂ ਦੇ ਵਿੱਚ ਕਿ ਮੇਰੇ ਪਿਤਾ ਹਰਨਾਖਸ਼ ਮੰਦਰਾਚਲ ਪਰਬਤ ਦੇ ਉੱਪਰ ਤਪ ਸਾਧਨਾ ਕਰਨ ਵਾਸਤੇ ਗਏ ਹਨ, ਸੈਨ ਬਟੋਰੀ ਕੀਨੀ ਵਿਆਹ। ਤਾਂ ਉਹਨਾਂ ਨੇ ਬਹੁਤ ਸਾਰੀ ਸੈਨਾ ਇਕੱਠੀ ਕੀਤੀ ਤੇ ਭਗਤ ਪ੍ਰਹਿਲਾਦ ਸਾਹਿਬ ਦੇ ਪਿਤਾ ਹਰਨਾਖਸ਼ ਦੇ ਉਦਾਲੇ ਇੱਕ ਵਿਊ ਰਚ ਲਿਆ ਹੈ। ਹਰਖ ਪਰਸ ਪਰ ਬਚਨ ਬਖਾਨਾ। ਤੇ ਆਪਸਰੀ ਦੇ ਵਿੱਚ ਹੱਸ ਕਰਕੇ ਤੇ ਇਹ ਜਿਹੜੇ ਦੇਵਤੇ ਸੀ ਨਾ ਸਾਰੇ, ਇਹਨਾਂ ਦੇਵਤਿਆਂ ਨੇ ਇਉਂ ਬਚਨ ਕੀਤਾ, ਗੱਲਾਂ ਕਰਨ ਲੱਗੇ, ਦਾਨਵ ਕੁਲ ਕੋ ਕਰਹੁ ਨਿਦਾਨਾ। ਕਿ ਅੱਜ ਜਿਹੜਾ ਹਰਨਾਖਸ਼ ਹੈ ਇਹ ਸਾਡੇ ਵੱਸ ਆਇਆ ਹੈ ਇਕੱਲਿਆਂ ਦੇ, ਆਪਾਂ ਇਸ ਨੂੰ ਘੇਰ ਲਿਆ ਹੈ ਇਕੱਲੇ ਨੂੰ। ਇਹ ਤਪ ਦੇ ਵਿੱਚ ਬੈਠਾ ਇਕੱਲਾ ਤੇ ਆਪਾਂ ਫੌਜ ਦੇ ਰਾਹੀਂ ਇਸ ਨੂੰ ਕਾਬੂ ਕਰ ਲਿਆ ਹੈ। ਇਸ ਕਰਕੇ ਜਿਹੜਾ ਦੈਂਤਾਂ ਦਾ ਕੁਲ ਹੈ ਨਾ, ਇਸ ਕੁਲ ਦਾ ਅੱਜ ਵਿਨਾਸ਼ ਕਰ ਦਿਓ, ਖਾਤਮਾ ਕਰ ਦਿਓ। ਹਰਨਾਖਸ਼ ਸਾਡੇ ਹੱਥ ਆ ਗਿਆ। ਜੇ ਇਸ ਨੂੰ ਮਾਰ ਦਿੱਤਾ ਬਲ ਦੇ ਨਾਲ ਤੇ ਹਰਨਾਖਸ਼ਾਂ ਦੀ ਰਾਖਸ਼ਾਂ ਦੀ ਜਿਹੜੀ ਕੁਲ ਹੈ ਉਹ ਦੈਂਤਾਂ ਦੇ ਕੋਲੇ ਮੁੱਕ ਜਾਏਗੀ। ਗਿਨ ਪ੍ਰਯਾਸ ਰਣਜੇਸ ਨਿਸ਼ਾਨਾ। ਇਸ ਕਰਕੇ ਬਿਨਾਂ ਕਿਸੇ ਪ੍ਰਯਾਸ ਤੋਂ, ਬਿਨਾਂ ਕਿਸੇ ਯਤਨ ਤੋਂ ਦੈਂਤਾਂ ਦੇ ਰਾਜੇ ਦਾ ਨਾਸ਼ ਹੋ ਜਾਵੇਗਾ। ਜਿਮ ਪਪੀਲਕਾ ਅਹ ਕੇ ਹਨ। ਜਿਸ ਤਰੀਕੇ ਦੇ ਨਾਲ ਪਪੀਲਕਾ ਦੇ ਤਾਈਂ ਜਿਵੇਂ ਕੀੜੀਆਂ ਹੁੰਦੀਆਂ, ਜਿਹੜੀਆਂ ਪਪੀਲਕਾ ਨਾਮ ਕੀੜੀਆਂ ਦਾ, ਕੀੜੀਆਂ ਸੱਪ ਨੂੰ ਨਾਸ਼ ਕਰ ਦਿੰਦੀਆਂ ਨਾ। ਜੇ ਸੱਪ ਜ਼ਖਮੀ ਹੋ ਜਾਵੇ ਤੇ ਕੀੜੀਆਂ ਦਾ ਬਹੁਤ ਸਾਰਾ ਝੁੰਡ ਹੈ ਜਿਹੜਾ ਉਸ ਸੱਪ ਦੇ ਸਰੀਰ ਤੇ ਚੰਬੜ ਜਾਂਦਾ ਤੇ ਹੌਲੀ 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 ਉਹਦੇ ਮਾਸ ਦੇ ਵਿੱਚੋਂ ਬੋਟੀਆਂ ਭਰ ਭਰ ਕੇ ਤੇ ਉਹ ਜਿਹੜਾ ਜ਼ਖਮ ਹੁੰਦਾ ਕੀੜੀਆਂ ਦਾ ਦਿੱਤਾ ਉਹ ਐਡਾ ਵੱਡਾ ਬਣ ਜਾਂਦਾ ਵੀ ਸੱਪ ਦੀ ਮੌਤ ਦਾ ਕਾਰਨ ਬਣ ਜਾਂਦਾ। ਵੈਸੇ ਤੇ ਸੱਪ ਬੜਾ ਤਾਕਤਵਰ ਹੁੰਦਾ, ਸੋ ਬਲਵਾਨ ਤੋਂ ਬਲਵਾਨ, ਤਾਕਤਵਰ ਤੋਂ ਤਾਕਤਵਰ ਵੀ ਜਿਹੜੇ ਮਨੁੱਖ ਵੀ ਹੈ ਜਾਂ ਹੋਰ ਜਾਨਵਰ ਵੀ ਆ, ਉਹਦੇ ਡੰਗ ਦਾ ਜ਼ਹਿਰ ਹੈ ਜਿਹੜਾ ਉਹ ਸਹਾਰ ਨਹੀਂ ਸਕਦੇ। ਜੇ ਡਸ ਲਵੇ ਸੱਪ
ਬਚਣਾ ਮੁਸ਼ਕਲ ਹੋ ਜਾਂਦਾ ਹੈ। ਤੇ ਪਰ ਕੀੜੀ ਦੀ ਤੇ ਉਹਦੇ ਸਾਹਮਣੇ ਬਸਾਤ ਹੀ ਕੀ ਹੁੰਦੀ ਹੈ। ਪਰ ਬਹੁਤ ਸਾਰੀਆਂ ਕੀੜੀਆਂ ਮਿਲ ਕੇ ਜਦੋਂ ਚੰਬੜ ਜਾਂਦੀਆਂ ਨਾ ਸੱਪ ਨੂੰ, ਫਿਰ ਉਸ ਸੱਪ ਦੀ ਮੌਤ ਦਾ ਕਾਰਨ ਬਣ ਜਾਂਦੀ ਹੈ। ਤੇ ਇਉਂ ਹੀ ਦੇਵਤੇ ਕਹਿੰਦੇ ਇਕੱਲੇ ਨੂੰ, ਹਰਨਾਕਸ਼ ਨੂੰ ਇਕੱਲੇ ਦਾ ਮਾਰਨਾ ਬੜਾ ਮੁਸ਼ਕਲ ਹੈ। ਜੇ ਇੱਕ ਇੱਕ ਕਰਕੇ ਲੜਨ ਦੀ ਕੋਸ਼ਿਸ਼ ਕਰੀਏ ਤੇ ਦੈਂਤਾਂ ਦਾ ਇਹ ਰਾਜਾ ਬੜਾ ਬਲਵਾਨ ਹੈ। ਪਰ ਇਸ ਇਕੱਲੇ ਨੂੰ, ਜਿਵੇਂ ਹੁਣ ਆਪਾਂ ਸਾਰਿਆਂ ਨੇ ਘੇਰ ਲਿਆ, ਘੇਰ ਕਰਕੇ ਇਕੱਲੇ ਨੂੰ ਮਾਰ ਦੇਣਾ ਹੁਣ ਕੋਈ ਔਖਾ ਨਹੀਂ ਗਾ। ਇਉਂ ਹੀ ਆਪਾਂ ਮਾਰ ਦਿੰਦੇ ਜਿਵੇਂ ਬਹੁਤ ਸਾਰੀਆਂ ਕੀੜੀਆਂ ਮਿਲ ਕੇ ਸੱਪ ਨੂੰ ਮਾਰ ਦਿੰਦੀਆਂ ਹਨ। ਕਟਕ ਬਟੋਰ ਆਨ ਰਾਜਧਾਨੀ, ਸੋ ਕਰੋੜਾਂ ਦੀ ਫੌਜ ਇਕੱਤਰ ਕੀਤੀ ਤੇ ਇਕੱਤਰ ਕਰਕੇ ਤੇ ਜਿੱਥੇ ਹਰਨਾਕਸ਼ ਦੀ ਰਾਜਧਾਨੀ ਸੀ ਉੱਥੇ ਆਣ ਇਕੱਤਰ ਹੋਏ ਜਿਹੜੇ ਦੇਵਤੇ ਸਨ। ਮੰਡਿਓ ਜੁੱਧ ਕਰੋਧ ਕਰ ਮਾਨੀ, ਤੇ ਇਹਨਾਂ ਸਾਰੇ ਅਹੰਕਾਰੀਆਂ ਨੇ ਬੜਾ ਭਾਰੀ ਯੁੱਧ ਮਚਾਇਆ, ਬੜਾ ਵੀਰ ਰਸ ਧਾਰ ਕੇ, ਬੜਾ ਗੁੱਸਾ ਕਰਕੇ। ਦਾਨਵ ਮਿਲ ਇਕ ਠਾਤੇ ਕਾਲਾ, ਉਸ ਕਾਲਾ ਉਸ ਸਮੇਂ ਜਿਹੜੇ ਦਾਨਵ ਸਨ, ਦੈਂਤ ਸਨ, ਉਹ ਸਾਰੇ ਮਿਲ ਕੇ ਤੇ ਇਕੱਤਰ ਹੋ ਕੇ ਇੱਕ ਜਗ੍ਹਾ ਇਕੱਠੇ ਹੋਏ। ਸਾਰਿਆਂ ਨੇ ਸਲਾਹ ਬਣਾਈ ਹੈ। ਦਾਰੁਣ ਸੰਗਰ ਕੀਨ ਵਿਸਾਲਾ, ਤੇ ਦੇਵਤਿਆਂ ਦੇ ਨਾਲ ਸਾਰੇ ਜਿੰਨੇ ਪਿੱਛੇ ਬਚੇ ਦੈਂਤ ਸੀ, ਜਿਹੜਾ ਹਰਨਾਕਸ਼ ਸੀ, ਇਹ ਤੇ ਮੰਦਰਾਂਚਲ ਪਰਬਤ ਤੇ ਸੀ। ਦੇਵਤਿਆਂ ਨੇ ਪਿੱਛੋਂ ਦੀ ਰਾਜਧਾਨੀ ਤੇ ਹਮਲਾ ਕਰਕੇ ਸੋਚਿਆ ਵੀ ਬਾਕੀ ਸਾਰਿਆਂ ਨੂੰ ਮਾਰ ਦਈਏ, ਇਹਨਾਂ ਦਾ ਰਾਜਾ ਤੇ ਚਲਿਆ ਗਿਆ ਤਪ ਕਰਨ। ਇਸ ਕਰਕੇ ਜਦੋਂ ਆਣ ਪਏ ਤੇ ਬਾਕੀਆਂ ਨੇ ਇਕੱਠੇ ਹੋ ਕੇ ਤੇ ਬੜਾ ਭਾਰੀ ਜੰਗ ਮਚਾਇਆ ਹੈ। ਗਦਾ ਤ੍ਰਿਸ਼ੂਲਨ ਗਿਰਤਰ ਭਾਰੇ, ਜੰਗ ਦੇ ਮੈਦਾਨ ਦੇ ਵਿੱਚ ਜਿਹੜਾ ਸ਼ਸਤਰ ਗਦਾ ਹੈ, ਫਿਰ ਤਰਸੂਲ ਤੇ ਭਾਰੀ ਜਿਹੜੇ ਪਹਾੜ ਹੁੰਦੇ ਆ ਵੱਡੇ ਵੱਡੇ, ਤੇ ਦਰਖਤ ਜਿਹੜੇ ਹਨ, ਇੱਕ ਹੈ ਬਾਰ ਸੁਰਨ ਪਰ ਡਾਰੇ, ਉਹ ਇੱਕੇ ਵਾਰ ਪੁੱਟ ਕੇ ਪਹਾੜ ਅਤੇ ਰੁੱਖ, ਫਿਰ ਗਦਾ ਤੇ ਤਰਸੂਲ, ਇਹ ਇਤਿਆਦਿਕ ਅਸਤਰ ਸ਼ਸਤਰ ਦੈਂਤਾਂ ਨੇ ਦੇਵਤਿਆਂ ਦੇ ਉੱਪਰ ਮਾਰੇ ਚੁੱਕ ਕੇ। ਐਸਾ ਭਿਆਨਕ ਜੰਗ ਲੜਿਆ ਸਾਰੇ ਦੈਂਤਾਂ ਨੇ ਇਕੱਤਰ ਹੋ ਕੇ। ਤੇ ਬਚਾਏ ਇੰਦਰ ਕਰ ਕ੍ਰੋਧਾ, ਇੰਦਰ ਜਿਹੜਾ ਦੇਵਤਿਆਂ ਦਾ ਰਾਜਾ ਹੈ, ਜਦੋਂ ਉਸਨੇ ਇਹ ਸਾਰੇ ਅਸਤਰ ਸ਼ਸਤਰ ਆਪਣੇ ਵੱਲ ਆਉਂਦੇ ਵੇਖੇ ਤਾਂ ਆਪਣੀ ਤਾਕਤ ਦੇ ਨਾਲ ਉਹਨੇ ਸਾਰੇ ਦੇਵਤਿਆਂ ਨੂੰ ਇਹਨਾਂ ਸ਼ਸਤਰਾਂ ਤੋਂ, ਅਸਤਰਾਂ ਤੋਂ, ਤੇ ਫਿਰ ਜਿਹੜੇ ਪਹਾੜ ਸੀ, ਰੁੱਖ ਇਤਿਆਦਿਕ ਦੇਵਤਿਆਂ ਨੇ ਜਿਹੜੇ ਸੁੱਟੇ ਸੀ ਉੱਪਰ, ਦਾਨਵਾਂ ਨੇ, ਦੈਂਤਾਂ ਨੇ, ਉਹਨਾਂ ਤੋਂ ਦੇਵਤਿਆਂ ਨੂੰ ਬਚਾ ਲਿਆ ਹੈ ਇੰਦਰ ਰਾਜੇ ਨੇ। ਲੈ ਕਰ ਸੰਗ ਸਰਬ ਨਿਜ ਜੋਧਾ, ਬਚਾ ਕਰਕੇ ਦੇਵਤਿਆਂ ਨੂੰ ਤੇ ਸਾਰੇ ਸੂਰਮਿਆਂ ਨੂੰ ਆਪਣੇ ਨਾਲ ਲੈ ਕਰਕੇ। ਬੱਜਰ ਹਤਨ ਕੇ ਦੈਤ ਬਿਹਾਲਾ, ਆਪਣਾ ਜਿਹੜਾ ਸ਼ਸਤਰ ਹੈ ਇੰਦਰ ਦੇਵਤੇ ਦਾ, ਜਿਸ ਸ਼ਸਤਰ ਦਾ ਨਾਮ ਹੈ ਵੱਜਰ ਸ਼ਸਤਰ, ਬੜਾ ਭਾਰੀ ਮਜ਼ਬੂਤ ਅਤੇ ਸ਼ਕਤੀਸ਼ਾਲੀ ਸ਼ਸਤਰ ਸੀ ਇੰਦਰ ਰਾਜੇ ਦਾ, ਜਿਹਨੂੰ ਵੱਜਰ ਕਿਹਾ ਜਾਂਦਾ ਸੀ। ਸੋ ਵੱਜਰ ਸ਼ਸਤਰ ਦੇ ਨਾਲ ਦੇਵਤਿਆਂ ਨੂੰ, ਦਾਨਵਾਂ ਨੂੰ ਇੰਦਰ ਰਾਜੇ ਨੇ, ਦੇਵਤਿਆਂ ਦੇ ਨੇ ਬੜਾ ਦੰਡਤ ਕੀਤਾ, ਬੜੀ ਤਕਲੀਫ ਦਿੱਤੀ। ਵੱਜਰ ਦੇ ਪ੍ਰਹਾਰ ਤੋਂ ਬਚਣਾ ਬੜਾ ਮੁਸ਼ਕਲ ਸੀ। ਜਿਵੇਂ ਅੱਜ ਦੇ ਸਮੇਂ ਮਿਜ਼ਾਈਲਾਂ ਦੇ ਨਾਮ ਰੱਖੇ ਆ ਤੇ ਤੋਪਾਂ ਦੇ ਨਾਮ ਰੱਖੇ ਆ, ਲੜਾਕੂ ਵਿਮਾਨਾਂ ਦੇ ਜਿਹੜੇ ਇਨਾਮ ਰੱਖੇ ਆ, ਪਣਡੁੱਬੀਆਂ ਦੇ, ਉਵੇਂ ਉਸ ਸਮੇਂ ਵੀ ਦੇਵੀ ਦੇਵਤੇ ਸਨ ਜਿਹੜੇ, ਤੇ ਰਾਜੇ ਮਹਾਰਾਜੇ ਸੀ, ਦੈਂਤ ਸੀ, ਉਹਨਾਂ ਨੇ ਵੀ ਆਪੋ ਆਪਣੇ ਸ਼ਸਤਰਾਂ ਅਸਤਰਾਂ ਦੇ ਨਾਮ ਰੱਖੇ ਹੁੰਦੇ ਸੀ। ਜਿਵੇਂ ਮਿਜ਼ਾਈਲ ਜਿਹੜੀ ਅੱਜ ਇੱਕ ਜਗ੍ਹਾ ਤੇ ਡਿੱਗਦੀ ਹੈ ਤੇ ਉਹਦੇ ਵਿੱਚੋਂ ਐਸਾ ਬਲਾਸਟ ਹੁੰਦਾ ਬਰੂਦ ਦਾ ਵੀ ਕਈ ਕਿਲੋਮੀਟਰ ਤੱਕ ਦਾ ਏਰੀਆ ਉਹਦੇ ਮਾਰ ਦੇ ਹੇਠ ਆ ਜਾਂਦਾ ਹੈ ਤੇ ਉਸ ਏਰੀਏ ਦੇ ਵਿੱਚ ਨੁਕਸਾਨ ਹੁੰਦਾ ਹੈ। ਜਿਹੜੇ ਇਹਨਾਂ ਦੇ ਸ਼ਸਤਰ ਸੀ ਨਾ ਦੇਵਤਿਆਂ ਦੇ ਤੇ ਦਾਨਵਾਂ ਦੇ, ਇਹਨਾਂ ਦੇ ਸ਼ਸਤਰਾਂ ਦਾ ਵੀ ਐਸਾ ਹੀ ਪ੍ਰਤਾਪ ਸੀ, ਬਲ ਸੀ,
ਐਸੇ ਭਿਆਨਕ ਸੀ ਜਿੱਥੇ ਇਹਨਾਂ ਦਾ ਵਾਰ ਹੁੰਦਾ ਸੀ ਤੋਪ ਦਾ ਗੋਲਾ ਸਿੱਟਣ ਦੀ ਨਿਆਈ, ਉਸ ਜਗ੍ਹਾ ਦੇ ਉੱਪਰ ਬੜਾ ਭਾਰੀ ਨੁਕਸਾਨ ਹੋ ਜਾਇਆ ਕਰਦਾ ਸੀ। ਸੋ ਆਪਣੇ ਵਜਰ ਸ਼ਸਤਰ ਦਾ ਵਾਰ ਜਿੱਥੇ ਜਿੱਥੇ ਵੀ ਇੰਦਰ ਦੇਵਤੇ ਨੇ ਕੀਤਾ ਤੇ ਦਾਨਵਾਂ ਨੂੰ ਬੜਾ ਪ੍ਰਤਾੜਿਤ ਕੀਤਾ, ਬੜੀ ਪੀੜਾ ਹੋਈ, ਵਿਚਲਤ ਹੋ ਉੱਠੇ ਵਿਚਾਰੇ, ਹੌਸਲੇ ਟੁੱਟ ਗਏ ਦਾਨਵਾਂ ਦੇ, ਬੜੀ ਮਾਰ ਮਚਾਈ ਹੈ। ਭਾਜੇ ਔਰ ਧਰ ਤਰਾਸ ਵਿਸਾਲਾ, ਆਪਣੇ ਹਿਰਦੇ ਦੇ ਵਿੱਚ ਬੜਾ ਭਾਰੀ ਇਹਨਾਂ ਨੇ ਭੈ ਮੰਨਿਆ, ਦਾਨਵਾਂ ਨੇ ਡਰ ਗਏ ਦੇਵਤਿਆਂ ਤੋਂ ਜਿਹੜੇ ਦੈਂਤ ਸੀ, ਡਰ ਕਰਕੇ ਤੇ ਹਰਣਾਕਸ਼ ਰਾਜੇ ਦੀ ਜਿਹੜੀ ਰਾਜਧਾਨੀ ਸੀ ਉਹਨੂੰ ਛੱਡ ਕੇ ਦੈਂਤ ਭੱਜ ਗਏ ਦੇਵਤਿਆਂ ਦੇ ਅੱਗੇ ਲੱਗ ਕੇ। ਪੁੱਤਰ ਕਲਤਰ ਨਾ ਮਿੱਤਰ ਸੰਭਾਰਾ, ਐਸੇ ਡਰੇ ਵਿਚਾਰੇ, ਐਸੇ ਡਰੇ ਦਾਨਵਾਂ ਤੋਂ, ਦੈਂਤਾਂ ਤੋਂ, ਨਾ ਤੇ ਪੁੱਤਰ ਨਾ ਪਰਿਵਾਰ, ਇਸਤਰੀਆਂ ਨਾ ਮਿੱਤਰ ਇਤਿਆਦਿਕ ਦੀ ਸੰਭਾਲ ਹੋਈ, ਕਿਸੇ ਦੀ ਪਛਾਣ ਹੀ ਨਾ ਹੋ ਸਕੀ। ਸੋ ਜੰਗ ਦੇ ਸਮੇਂ ਜਿਹੜੇ ਤੋਂ ਆਪਣੇ ਪ੍ਰਾਣ ਬਚਾਏ ਗਏ, ਜਿਹਦੇ ਤੋਂ ਉਹ ਆਪਣੇ ਸਵਾਸਾਂ ਨੂੰ ਬਚਾ ਕਰਕੇ ਤੇ ਨਸ ਗਿਆ ਹੈ। ਪ੍ਰਾਨ ਬਚਾਵਨ ਹੇਤ ਵਿਚਾਰਾ, ਸੋ ਸਾਰਿਆਂ ਦੇ ਹਿਰਦੇ ਦੇ ਵਿੱਚ ਆਪੋ ਆਪਣੇ ਸਵਾਸਾਂ ਨੂੰ ਬਚਾਉਣ ਦੀ ਵਿਚਾਰ ਹੀ ਚੱਲਦੀ ਸੀ। ਚੌਪਈ ਪਾਏ ਵਿਜੈ ਕੋ ਅਦਕ ਪਰੰਦਰ, ਸੋ ਇੰਦਰ ਰਾਜੇ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਉਸ ਸਮੇਂ। ਦੈਤ ਰਾਜ ਕੇ ਆਵਾ ਅੰਦਰ, ਤੇ ਜਿੱਤ ਕਰਕੇ ਦੈਂਤਾਂ ਦੀ ਰਾਜਧਾਨੀ ਨੂੰ ਤੇ ਜਿਹੜਾ ਇੰਦਰ ਦੇਵਤਾ ਸੀ ਇਹ ਮਹਿਲ ਦੇ ਵਿੱਚ ਪ੍ਰਵੇਸ਼ ਕਰ ਗਿਆ ਹੈ ਰਾਜੇ ਹਰਣਾਕਸ਼ ਦੇ। ਸਭ ਦਾਨਵ ਕੀ ਸੈਨ ਨਿਖੂਟੀ, ਸਾਰੀ ਦੀ ਸਾਰੀ ਫੌਜ ਸੀ ਜਿਹੜੀ ਦੈਂਤਾਂ ਦੀ ਉਹ ਨਿਖੂਟੀ, ਅਸਤ ਵਿਅਸਤ ਹੋ ਗਈ, ਹਾਰ ਗਈ, ਕੁਝ ਮਾਰੀ ਗਈ ਹੈ। ਹਰਖਤ ਹੋਇ ਮੁਲਤਾਨ ਸਲੂਟੀ, ਸੋ ਹਰਣਾਕਸ਼ ਦੀ ਰਾਜਧਾਨੀ ਨੂੰ ਜਿੱਤ ਕਰਕੇ ਤੇ ਜਿਹੜਾ ਇੰਦਰ ਦੇਵਤਾ ਸੀ ਤੇ ਬਾਕੀ ਦੇ ਦੇਵਤੇ ਸਾਨੇ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ ਵੀ ਅਸੀਂ ਜਿੱਤ ਲਿਆ ਹੈ ਦੈਂਤਾਂ ਦੇ ਤਾਈਂ। ਮਮ ਮਾਤਾ ਕੋ ਗਹਿ ਅਸੁਰਾਰੀ, ਤੇ ਦੈਂਤਾਂ ਦੇ ਜਿਹੜੇ ਵੈਰੀ ਸਨ, ਭਾਵ ਇੰਦਰ ਰਾਜਾ ਤੇ ਹੋਰ ਦੇਵਤੇ, ਭਗਤ ਪ੍ਰਹਿਲਾਦ ਸਾਹਿਬ ਆਖਣ ਲੱਗੇ ਉਹਨਾਂ ਨੇ ਆਣ ਕਰਕੇ ਮੇਰੀ ਮਾਤਾ ਨੂੰ, ਜਿਨ੍ਹਾਂ ਦਾ ਨਾਮ ਮਾਤਾ ਕਦਰੂ ਹੈ, ਉਹਨਾਂ ਦੇ ਤਾਈਂ ਆਣ ਕਰਕੇ ਪਕੜ ਲਿਆ ਹੈ। ਲੈ ਕਰ ਗਮਨੇ ਨਿਜ ਸੰਗਾਰੀ, ਪਕੜ ਕਰਕੇ ਮੇਰੀ ਮਾਤਾ ਨੂੰ ਤੇ ਆਪਣੇ ਨਾਲ ਲੈ ਕਰਕੇ ਚੱਲ ਪਏ ਹਨ। ਸਹਿਜ ਸੁਭਾਏ ਚੱਲੇ ਮਗ ਜਾਈ, ਸੁਤੇ ਸਿੱਧੀ ਲੈ ਕਰਕੇ ਦੇਵਤੇ ਭਗਤ ਪ੍ਰਹਿਲਾਦ ਸਾਹਿਬ ਦੀ ਮਾਤਾ ਨੂੰ ਪਕੜ ਕੇ ਮਹਿਲਾਂ ਵਿੱਚੋਂ ਤੁਰੇ ਜਾਂਦੇ ਆ। ਨਾਰਦ ਮਨ ਮਿਲਿਓ ਤਬ ਆਈ, ਇੰਨੇ ਸਮੇਂ ਨੂੰ ਅੱਗੋਂ ਆਣ ਕਰਕੇ ਤੇ ਨਾਰਦ ਮੁਨੀ ਹੈ ਜਿਹੜਾ ਦੇਵਤਿਆਂ ਦਾ ਮੁਨੀ, ਇਹ ਆਣ ਕਰਕੇ ਤੇ ਮਿਲ ਪਿਆ ਹੈ ਦੇਵਤਿਆਂ ਦੇ ਤਾਈਂ ਰਸਤੇ ਦੇ ਵਿੱਚ। ਇਕ ਕਰ ਰਿਖ ਔਰ ਉਪਜੇ ਦਾਇਆ, ਜਦੋਂ ਵੇਖਿਆ ਹੈ ਮਾਤਾ ਦੇ ਤਾਈਂ, ਮਾਤਾ ਕਦਰੂ ਭਗਤ ਪ੍ਰਹਿਲਾਦ ਸਾਹਿਬ ਜੀਆਂ ਦੀ ਮਾਤਾ ਨੂੰ ਬੰਦੀ ਬਣਿਆ ਹੋਇਆ ਦੇਵਤਿਆਂ ਦਾ, ਵੇਖ ਕਰਕੇ ਤੇ ਹਿਰਦੇ ਦੇ ਵਿੱਚ ਬੜੀ ਦਇਆ ਉਤਪੰਨ ਹੋਈ। ਜਿਹੜਾ ਨਾਰਦ ਮੁਨੀ ਹੈ ਇਸ ਦੇ ਤਾਈਂ ਕਹਿਣ ਲੱਗਿਓ ਤਬ ਹੈ ਸੁਰ ਰਾਇਆ, ਉਸ ਸਮੇਂ ਫਿਰ ਨਾਰਦ ਮੁਨੀ ਨੇ ਇੰਦਰ ਦੇਵਤੇ ਨੂੰ ਬੁਲਾਉਂਦਿਆਂ ਹੋਇਆਂ ਕਿਹਾ ਹੈ ਕਿ ਹੇ ਦੇਵਤਿਆਂ ਦੇ ਰਾਜੇ, ਸੁਣ ਮੇਰੇ ਬਚਨਾਂ ਦੇ ਤਾਈਂ। ਬਿਨ ਅਪਰਾਧ ਨਾਰ ਗਹਿ ਆਨੀ, ਇਹ ਜਿਹੜੀ ਇਸਤਰੀ ਤੂੰ ਪਕੜੀ ਹੈ, ਜਿਸ ਨੂੰ ਕੈਦ ਵਿੱਚ ਪਾਇਆ ਹੈ, ਇਹ ਇਸਤਰੀ ਨਿਰ ਅਪਰਾਧ ਹੈ, ਭਾਵ ਇਸ ਨੇ ਕਿਸੇ ਪ੍ਰਕਾਰ ਦਾ ਕੋਈ ਗੁਨਾਹ ਨਹੀਂ ਕੀਤਾ। ਸੋ ਇਸ ਕਰਕੇ ਇਸ ਨੂੰ ਪਕੜਨਾ, ਕੈਦ ਕਰਨਾ ਜਿਹੜਾ ਤੇ ਲੈ ਕੇ ਜਾਣਾ ਇਸ ਤਰੀਕੇ ਦੇ ਨਾਲ, ਇਹ ਧਰਮ ਵਿਰੁੱਧ ਕਰਮ ਹੈ, ਸੂਰਮਿਆਂ ਦੇ ਤਾਈਂ ਸ਼ੋਭਾ ਨਹੀਂ ਦਿੰਦਾ, ਇਹ ਪਾਪ ਹੋ ਜਾਂਦਾ ਹੈ। ਤਜਹੁ ਬੇਗ ਮਾਨੋ ਮਮ ਬਾਨੀ, ਇਸ ਕਰਕੇ ਤਜਹੁ ਬੇਗ ਛੇਤੀ ਦੇ ਨਾਲ ਛੱਡੋ ਤੇ ਮੇਰੀ ਬਾਣੀ ਭਾਵ ਮੇਰੇ ਬਚਨਾਂ ਨੂੰ ਮੰਨੋ, ਆਜ਼ਾਦ ਕਰ ਦਿਓ ਹਰਨਾਕਸ਼ ਰਾਜੇ ਦੀ ਪਤਨੀ ਨੂੰ,
ਜਿਹੜੀ ਰਾਣੀ ਕਦਰੂ ਹੈ ਇਸ ਦੇ ਤਾਈਂ। ਸੁਨਤ ਸਰੋਨ ਬੋਲਿਓ ਪਹਿਰੂ ਹੋਤਾ। ਜਦੋਂ ਆਪਣੇ ਕੰਨਾਂ ਦੇ ਵਿੱਚ ਇਹ ਬਚਨ ਸੁਣੇ ਹਨ ਨਾਰਦ ਜੀਆਂ ਦੇ ਰਾਜੇ ਇੰਦਰ ਨੇ, ਸੁਣ ਕਰਕੇ ਤੇ ਫਿਰ ਕਹਿਣ ਲੱਗਾ ਹੈ, ਇਸ ਕੇ ਗਰਭ ਬਲੇ ਹੋਏ ਪੁੱਤਾ। ਕਹਿਣ ਲੱਗਾ ਹੈ ਨਾਰਦ ਮੁਨੀ ਜੀ, ਇਹਨਾਂ ਦੇ ਪੇਟ ਦੇ ਵਿੱਚ ਜਿਹੜਾ ਬੱਚਾ, ਇਹਨਾਂ ਦੀ ਕੁੱਖ ਦੇ ਵਿੱਚ ਹਰਣਾਕਸ਼ ਰਾਜੇ ਦਾ ਇਹ ਬੱਚਾ ਬੜਾ ਬਲਵਾਨ ਹੋਊਗਾ, ਇਹਦੇ ਵਿੱਚ ਬਹੁਤੀ ਸ਼ਕਤੀ ਹੋਊਗੀ। ਜਨਮਤ ਹੀ ਮਾਰੋ ਮੈਂ ਤਾਹੀ। ਮੈਂ ਇਸ ਨੂੰ ਇਸ ਕਰਕੇ ਪਕੜਿਆ ਹਰਣਾਕਸ਼ ਰਾਜੇ ਦੀ ਰਾਣੀ ਨੂੰ, ਵੀ ਇਹਦੇ ਕੁੱਖ ਤੋਂ ਜਦੋਂ ਇਸ ਦੇ ਬੱਚੇ ਨੇ ਜਨਮ ਲਿਆ ਨਾ, ਹਰਣਾਕਸ਼ ਦੇ ਬੱਚੇ ਨੇ, ਮੈਂ ਜਨਮ ਲੈਂਦਿਆਂ ਸਾਰ ਉਸ ਨੂੰ ਮਾਰ ਦਿਆਂਗਾ। ਗਹਿ ਆਨੀ ਬਣਤਾ ਹਿਤ ਜਾਹੀ। ਇਸੇ ਕਰਕੇ ਮੈਂ ਰਾਜੇ ਹਰਣਾਕਸ਼ ਦੀ ਇਸ ਰਾਣੀ ਨੂੰ, ਘਰ ਵਾਲੀ ਨੂੰ ਪਕੜ ਕੇ ਲੈ ਕੇ ਆਇਆ ਹਾਂ। ਨਾਰਦ ਕਹਿਤ ਸੁਨੋ ਸੁਰ ਰਾਈ। ਨਾਰਦ ਮੁਨੀ ਜੀ ਕਹਿਣ ਲੱਗੇ, ਹੇ ਦੇਵਤਿਆਂ ਦੇ ਰਾਜਾ ਇੰਦਰ, ਸੁਣੋ ਮੇਰੇ ਬਚਨ ਦੇ ਤਾਈ। ਇਸ ਕੋ ਪੁੱਤਰ ਨ ਮਾਰਿਓ ਜਾਈ। ਇਹ ਜਿਹੜਾ ਹਰਣਾਕਸ਼ ਦਾ ਪੁੱਤਰ ਹੈ ਨਾ, ਉਹਦੀ ਪਟਰਾਣੀ ਦੀ ਕੁੱਖ ਦੇ ਵਿੱਚ ਤੁਸੀਂ ਚਾਹ ਕੇ ਵੀ ਜਿੰਨਾ ਮਰਜ਼ੀ ਜ਼ੋਰ ਲਾ ਲਓ, ਇਸ ਦੇ ਤਾਈਂ ਤੁਸੀਂ ਮਾਰ ਨਹੀਂ ਸਕਦੇ। ਇਹ ਤੁਹਾਡੇ ਵਿੱਚ ਤਾਕਤ ਹੈ ਨਹੀਂ ਇੰਨੀ ਇਸ ਬੱਚੇ ਨੂੰ ਮਾਰਨ ਦੀ। ਹੋਇ ਹਰ ਭਗਤ ਸੋ ਆਤਮ ਗਿਆਨੀ। ਉਹਦਾ ਕਾਰਨ ਇਹ ਹੈ ਵੀ ਇਹ ਬੱਚਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਭਗਤ ਹੋਊਗਾ ਤੇ ਆਤਮ ਗਿਆਨੀ ਹੋਊਗਾ। ਉਹਨੂੰ ਆਤਮਾ ਦਾ ਗਿਆਨ ਹੋਊਗਾ ਤੇ ਪਰਮੇਸ਼ਰ ਦਾ ਉਹ ਭਗਤ ਹੋਊਗਾ ਵੱਡਾ। ਹਸ ਕੋ ਕਰੈ ਤਾਸ ਕੀ ਹਾਨੀ। ਜਦੋਂ ਉਸਨੇ ਪਰਮੇਸ਼ਰ ਦਾ ਭਗਤ ਹੋਣਾ ਤੇ ਫਿਰ ਇਹ ਇੰਦਰ ਦੇਵਤਾ, ਐਸਾ ਕਿਹੜਾ ਹੈ ਇਸ ਸੰਸਾਰ ਦੇ ਵਿੱਚ ਜਿਹੜਾ ਪਰਮੇਸ਼ਰ ਦੇ ਭਗਤ ਦਾ ਵਿਨਾਸ਼ ਕਰ ਸਕੇ? ਕਿਉਂਕਿ ਵਾਹਿਗੁਰੂ ਆਪ ਆਪਣੇ ਭਗਤਾਂ ਦਾ ਸਹਾਈ ਹੁੰਦਾ ਹੈ, ਉਹ ਆਪ ਆਪਣੇ ਭਗਤਾਂ ਦਾ ਰੱਖਿਅਕ ਹੁੰਦਾ ਹੈ। ਸੋ ਭਗਤ ਪ੍ਰਹਿਲਾਦ ਸਾਹਿਬ ਜੀ ਦੇ ਬਾਬਤ ਆਪਾਂ ਅੰਮ੍ਰਿਤ ਬਾਣੀ ਦੇ ਵਿੱਚ ਵੀ ਪੜ੍ਹਦੇ ਹਾਂ ਕਿ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ, ਹਰਣਾਕਸ਼ ਦੁਸਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਸੋ ਐਡੇ ਵੱਡੇ ਭਗਤ ਸਨ ਭਗਤ ਪ੍ਰਹਿਲਾਦ ਸਾਹਿਬ ਜੀ ਕਿ ਹਰਣਾਕਸ਼ ਤੋਂ ਪਹਿਲਾਂ ਇੰਦਰ ਦੇਵਤਾ ਵੀ ਭਗਤ ਪ੍ਰਹਿਲਾਦ ਸਾਹਿਬ ਜੀ ਨੂੰ ਮਾਰਨਾ ਚਾਹੁੰਦਾ ਸੀ। ਨਾਰਦ ਮੁਨੀ ਨੇ ਗਿਆਨ ਦਿੱਤਾ ਹੈ ਇੰਦਰ ਦੇਵਤੇ ਦੇ ਤਾਈ। ਤੁਮਰੇ ਸਹਿਤ ਅਪਰ ਜੋ ਦੇਵਾ। ਹੇ ਰਾਜਨ ਇੰਦਰ ਦੇਵਤਾ, ਤੇਰੇ ਸਮੇਤ ਜਿਹੜੇ ਹੋਰ ਜਿੰਨੇ ਵੀ ਦੇਵਤੇ ਹਨ, ਹਨ ਨਾ ਸਕੈ ਤਤ ਪਰ ਹਰ ਸੇਵਾ। ਇਹ ਸਾਰੇ ਦੇ ਸਾਰੇ, ਇਹਨਾਂ ਦੇ ਵਿੱਚੋਂ ਕੋਈ ਵੀ ਭਗਤ ਪ੍ਰਹਿਲਾਦ ਸਾਹਿਬ ਦੇ ਤਾਈਂ ਮਾਰ ਨਹੀਂ ਸਕਦਾ ਹੈ, ਕਿਉਂਕਿ ਜਿਹੜਾ ਹਰੀ ਦੀ ਸੇਵਾ ਦੇ ਵਿੱਚ ਲੱਗਾ ਹੈ ਉਹਨੂੰ ਮਾਰਨਾ ਕਿਸੇ ਦੇ ਵੀ ਵੱਸ ਦੀ ਗੱਲ ਨਹੀਂ ਹੈ, ਕਿਸੇ ਵਿੱਚ ਇੰਨੀ ਸਮਰੱਥਾ ਨਹੀਂ। ਮਾਨ ਪੁਰੰਦਰ ਭੈ ਪੁਰ ਮਾਹੀ। ਜਦੋਂ ਨਾਰਦ ਮੁਨੀ ਜੀ ਦੇ ਐਸੇ ਬਚਨ ਸੁਣੇ ਨਾ, ਸਮਝਾਉਣ ਦਾ ਕਰਕੇ ਸਮਝ ਗਿਆ ਰਾਜਾ ਇੰਦਰ, ਸਮਝ ਕਰਕੇ ਤੇ ਆਪਣੇ ਹਿਰਦੇ ਦੇ ਵਿੱਚ ਬੜਾ ਭਾਰੀ ਡਰ ਮੰਨਿਆ ਹੈ ਇਸਨੇ। ਦੇਖ ਕੇ ਕਹੇ ਛਾੜ ਦਿਜ ਜਾਹੀ ਤਾਹੀ। ਅਤੇ ਫਿਰ ਨਾਰਦ ਮੁਨੀ ਜੀ ਦੇ ਕਹਿਣ ਦਾ ਕਰਕੇ ਭਗਤ ਪ੍ਰਹਿਲਾਦ ਸਾਹਿਬ ਦੀ ਮਾਤਾ ਕਦਰੂ ਦੇ ਤਾਈਂ ਇਸਨੇ ਬੰਧਨ ਮੁਕਤ ਕਰ ਦਿੱਤਾ ਹੈ, ਆਪਣੀ ਕੈਦ ਦੇ ਵਿੱਚੋਂ ਛੱਡ ਦਿੱਤਾ ਅਤੇ ਭਗਤ ਪ੍ਰਹਿਲਾਦ ਸਾਹਿਬ ਜੀਆਂ ਦੇ ਤਾਈਂ ਮਾਰਨ ਦਾ ਜਿਹੜਾ ਮੰਦਾ ਖਿਆਲ ਸੀ, ਪਾਪ ਸੀ, ਉਸ ਦਾ ਵੀ ਤਿਆਗ ਕਰ ਦਿੱਤਾ ਹੈ। ਭਗਤ ਨਾਮ ਸੁਣ ਬੰਧਨ ਕੀਨੀ। ਅਤੇ ਜਦੋਂ ਸੁਣਿਆ ਵੀ ਇਹ ਪਰਮੇਸ਼ਰ ਦਾ ਭਗਤ ਹੋਏਗਾ, ਇਉਂ ਸੁਣ ਕਰਕੇ ਤੇ ਰਾਣੀ ਕਦਰੂ ਦੇ ਤਾਈਂ ਤੇ ਭਗਤ ਪ੍ਰਹਿਲਾਦ ਦੇ ਤਾਈਂ ਇੰਦਰ ਦੇਵਤੇ ਨੇ ਮੱਥਾ ਟੇਕਿਆ ਹੈ। ਚਾਹੁੰਦੇ ਸਤੀਨ ਪ੍ਰਦਖਣ ਦੀਨੀ। ਅਤੇ ਭਗਤ ਪ੍ਰਹਿਲਾਦ ਸਾਹਿਬ ਜੀਆਂ ਦੀ ਮਾਤਾ ਦੇ ਚਫੇਰੇ 3 ਪ੍ਰਦਰਸ਼ਨਾਂ ਇੰਦਰ ਦੇਵਤੇ ਨੇ ਕੀਤੀਆਂ ਹਨ। ਸਤਿਕਾਰ ਕਰਦਿਆਂ ਹੋਇਆਂ
ਉਸ ਅਕਾਲ ਪੁਰਖ ਵਾਹਿਗੁਰੂ ਦੀ ਖੁਸ਼ੀ ਦੇ ਹਿੱਤ ਤੇਹ ਛਿਨ ਕਰਨਾ ਕਰਮ ਨਿਰਾਇਆ। ਉਸ ਸਮੇਂ ਜਿਹੜਾ ਮੁਨੀਆਂ ਦਾ ਰਾਜਾ ਸੀ, ਭਾਵ ਵੱਡਾ ਮੁਨੀ ਨਾਰਦ ਮੁਨੀ, ਉਸਨੇ ਇਹ ਕਿਰਪਾ ਕੀਤੀ ਹੈ। ਕਹਿ ਹਿਤ ਸੋ ਨਿਜ ਆਸ਼ਰਮ ਲਿਆਇਆ। ਅਤੇ ਭਗਤ ਪ੍ਰਹਿਲਾਦ ਸਾਹਿਬ ਜੀਆਂ ਦੇ ਮਾਤਾ ਕਦਰੂ ਜੀ ਦੇ ਤਾਈ ਬੜੇ ਸਤਿਕਾਰ ਦੇ ਨਾਲ ਨਾਰਦ ਮੁਨੀ ਆਪਣੇ ਆਸ਼ਰਮ ਦੇ ਵਿੱਚ ਲੈ ਗਿਆ ਹੈ, ਛਡਵਾ ਕਰਕੇ ਦੇਵਤਿਆਂ ਪਾਸੋਂ। ਚੌਪਈ ਹੈ ਪੁੱਤਰੀ ਰਹੀਏ ਇਸ ਥਾਨਾ। ਅਤੇ ਨਾਲੇ ਲਿਜਾ ਕਰਕੇ ਤੇ ਵਚਨ ਕੀਤੇ ਵੀ ਹੇ ਮੇਰੀ ਪੁੱਤਰੀ, ਤੂੰ ਇਸ ਥਾਂ ਦੇ ਉੱਪਰ ਰਹਿ ਸਕਦੀ ਹੈ। ਜਬ ਲਗ ਤਬ ਪਤ ਨਹੀਂ ਮਿਲਾਨਾ। ਜਿੰਨਾ ਸਮਾਂ ਤੇਰਾ ਪਤੀ ਨਹੀਂ ਨਾ ਤੈਨੂੰ ਮਿਲ ਜਾਂਦਾ, ਲੈ ਨਹੀਂ ਜਾਂਦਾ ਆਣ ਕਰਕੇ, ਉਹਨਾਂ ਸਮਾਂ ਇੱਥੇ ਨਿਸ਼ਚਿੰਤ ਹੋ ਕੇ ਨਿਡਰ ਹੋ ਕੇ ਰਹਿਣਾ ਕਰ। ਤਬ ਲਗ ਸਭ ਤੇ ਨਿਰਭੈ ਪਾਈ। ਸੋ ਉਹਨਾਂ ਸਮਾਂ ਕਿਸੇ ਵੀ ਪਾਸੋਂ ਤੈਨੂੰ ਡਰਨ ਦੀ ਜ਼ਰੂਰਤ ਨਹੀਂ, ਕਿਸੇ ਪ੍ਰਕਾਰ ਦੀ। ਰਹੋ ਰਖਨ ਢਿਗ ਚਿੰਤ ਬਿਹਾਈ। ਸਾਰੇ ਫਿਕਰਾਂ ਨੂੰ ਮਿਟਾ ਕਰਕੇ ਤੇ ਇੱਥੇ ਮੇਰੇ ਪਾਸ ਰਹਿ ਆਸ਼ਰਮ ਦੇ ਵਿੱਚ। ਸੁਣ ਕਰ ਸਭ ਦੁਖ ਚਿੰਤਾ ਭਾਗੀ। ਜਦੋਂ ਐਸੇ ਬਚਨ ਨਾਰਦ ਮੁਨੀ ਜੀ ਦੇ ਸੁਣੇ ਹਨ ਭਗਤ ਪ੍ਰਹਿਲਾਦ ਸਾਹਿਬ ਜੀਆਂ ਦੀ ਮਾਤਾ ਜੀ ਨੇ, ਤਾਂ ਉਹਨਾਂ ਦਾ ਸਾਰਾ ਦੁੱਖ ਅਤੇ ਸਾਰੀ ਜਿਹੜੀ ਚਿੰਤਾ ਸੀ ਦੇਵਤਿਆਂ ਦੇ ਡਰ ਦੀ, ਉਹ ਸਾਰੀ ਦੀ ਸਾਰੀ ਦੂਰ ਹੋ ਗਈ ਹੈ। ਹਿਤ ਧਾਰ ਰਖਨ ਸੇਵਕੋ ਲਾਗੇ। ਤੇ ਨਾਰਦ ਮੁਨੀ ਦੇ ਆਸ਼ਰਮ ਦੇ ਵਿੱਚ, ਕਿਉਂਕਿ ਉਹ ਆਪ ਰਿਖੀ ਸੀ ਇੱਕ, ਇਸ ਕਰਕੇ ਉਹਦੇ ਨਾਲ ਦੇ ਜਿੰਨੇ ਸਨ ਸੰਗੀ, ਉਹ ਵੀ ਸਾਰੇ ਦੇ ਸਾਰੇ ਰਿਖੀ ਮੁਨੀ ਸੀ, ਪਰਮੇਸ਼ਰ ਦਾ ਨਾਮ ਜਪਣ ਵਾਲੇ ਮਹਾਤਮਾ ਸਨ। ਸੋ ਮਾਤਾ ਕਦਰੂ ਭਗਤ ਪ੍ਰਹਿਲਾਦ ਸਾਹਿਬ ਦੀਆਂ ਦੇ ਮਾਤਾ ਜੀ ਉੱਥੇ ਪਰਮੇਸ਼ਰ ਦੇ ਸੰਤਾਂ ਭਗਤਾਂ ਦੀ ਸੇਵਾ ਦੇ ਵਿੱਚ ਜੁਟ ਗਏ ਹਨ। ਮੁਝ ਉਪਦੇਸਿਓ ਗਿਆਨ ਵਿਸਾਲਾ। ਤੇ ਇਸੇ ਤਰੀਕੇ ਦੇ ਨਾਲ ਕਿੰਨਾ ਸਮਾਂ ਨਾਰਦ ਮੁਨੀ ਜੀ ਦੇ ਆਸ਼ਰਮ ਦੇ ਵਿੱਚ ਬਤੀਤ ਹੋਇਆ। ਸਾਧੂ ਸੰਤ ਮਹਾਤਮਾਵਾਂ ਦੀ ਸੇਵਾ ਕਰਦੀ ਰਹੀ ਮਾਤਾ ਮੇਰੀ, ਤੇ ਨਾਲੇ ਮੈਨੂੰ ਜਿਹੜੇ ਉੱਥੇ ਰਹਿਣ ਵਾਲੇ ਮਹਾਤਮਾ ਸੀ ਤੇ ਨਾਰਦ ਮੁਨੀ ਜੀ ਸਨ ਜਿਹੜੇ, ਉਹਨਾਂ ਨੇ ਵਾਹਿਗੁਰੂ ਦੇ ਨਾਮ ਦਾ ਉਪਦੇਸ਼ ਦਿੱਤਾ, ਤੇ ਨਾਲੇ ਉਸ ਦੇ ਬਾਬਤ ਜਿਹੜਾ ਗਿਆਨ ਹੈ, ਉਹ ਗਿਆਨ ਵੀ ਮੈਨੂੰ ਉਹਨਾਂ ਦੀ ਸੰਗਤ ਦੇ ਵਿੱਚੋਂ ਪ੍ਰਾਪਤ ਹੋਇਆ ਹੈ। ਹਿਰਦੇ ਭਗਤ ਧਾਰੀ ਮੈਂ ਤਬ ਕੀ। ਰਹੀ ਨਾ ਸੁਧ ਮਾਤਾ ਕੋ ਜਬ ਕੀ। ਸੋ ਫਿਰ ਜਦੋਂ ਦੀ ਮੇਰੀ ਮਾਤਾ ਨੂੰ ਵੀ ਨਹੀਂ ਨਾ ਖਬਰ ਇਸ ਗਿਆਨ ਦੀ ਤੇ ਪਰਮੇਸ਼ਰ ਦੀ ਭਗਤੀ ਦੀ, ਵੀ ਮੈਂ ਕਦੋਂ ਭਗਤੀ ਧਾਰਨ ਕੀਤੀ ਹੈ। ਹਿਰਦੈ ਭਗਤ ਧਾਰੀ ਮੈਂ ਤਬ ਕੀ। ਆਪਣੀ ਮਾਤਾ ਦੀ ਸ਼ੁਭ ਕੁੱਖ ਦੇ ਵਿੱਚ ਮੈਂ ਉਦੋਂ ਦੀ ਭਗਤੀ ਧਾਰਨ ਕੀਤੀ ਹੈ ਜਦੋਂ ਦਾ ਮੇਰੀ ਮਾਤਾ ਨੂੰ ਵੀ ਨਹੀਂ ਪਤਾ, ਭਾਵ ਮੈਂ ਆਪਣੀ ਮਾਤਾ ਦੇ ਕੁੱਖ ਦੇ ਵਿੱਚ ਹੀ ਸੀ। ਸੁਣ ਕਰਕੇ ਉਪਦੇਸ਼ ਅਤੇ ਗਿਆਨ, ਉੱਥੇ ਜਿਹੜੀ ਸੰਗਤ ਹੁੰਦੀ ਸੀ, ਉਹ ਮੈਂ ਮਾਤਾ ਦੀ ਕੁੱਖ ਦੇ ਵਿੱਚ ਸੁਣਦਾ ਹੁੰਦਾ ਸੀ, ਭਗਤ ਪ੍ਰਹਿਲਾਦ ਸਾਹਿਬ ਜੀ ਦੱਸਦੇ। ਔਰ ਉੱਥੋਂ ਹੀ ਮੈਨੂੰ ਵਾਹਿਗੁਰੂ ਦੀ ਭਗਤੀ ਦੀ ਲਾਗ ਲੱਗ ਗਈ ਹੈ। ਸੋ ਅਬ ਤੁਮ ਸੋ ਕਹਿਤ ਸੁਨਾਈ। ਤੇ ਉਹ ਜਿਹੜੀ ਸਾਰੀ ਵਿਥਿਆ ਹੈ ਜਿਵੇਂ ਵਾਪਰੀ ਹੈ, ਜਿਵੇਂ ਮੈਨੂੰ ਪਰਮੇਸ਼ਰ ਦਾ ਗਿਆਨ ਪ੍ਰਾਪਤ ਹੋਇਆ, ਉਹ ਸਾਰੀ ਮੈਂ ਤੁਹਾਨੂੰ ਕਹਿ ਕਰਕੇ ਸੁਣਾ ਦਿੱਤੀ ਹੈ। ਕਰਹੁ ਸਦੀਵ ਬਿਕਾਰ ਬਿਹਾਈ। ਇਸ ਕਰਕੇ ਹੇ ਮੇਰੇ ਸੰਗਿਓ, ਹੇ ਸਾਹਿਬ ਪਾਠੀਓ, ਤੁਸੀਂ ਵੀ ਪਰਮੇਸ਼ਰ ਦੀਆਂ ਗੱਲਾਂ ਸੁਣ ਕੇ ਸਤ ਸੰਗਤ ਕਰਕੇ ਤੇ ਪਰਮੇਸ਼ਰ ਦਾ ਨਾਮ ਜਪ ਕੇ ਸਾਰੇ ਵਿਕਾਰਾਂ ਦਾ ਵਿਨਾਸ਼ ਕਰ ਲਵੋ। ਆਪਣੇ ਮਨ ਦੇ ਉੱਪਰੋਂ ਲਾ ਦਿਓ ਸਾਰੇ ਵਿਕਾਰਾਂ ਦੇ ਤਾਈ। ਹਟ ਵਿਕਾਰ ਆਤਮ ਮਹਿ ਨਾਹੀ। ਜਿਹੜੇ 6 ਵਿਕਾਰ ਹੈ ਨਾ, ਜੰਮਣਾ, ਮਰਨਾ, ਦੁਖੀ ਹੋਣਾ, ਸੁਖੀ ਹੋਣਾ, ਹੱਸਣਾ ਤੇ ਰੋਣਾ, ਭੁੱਖ ਤੇ ਇਹ ਇਤਿਆਦਿਕ ਜੰਮਣਾ, ਮਰਨਾ, ਵਧਣਾ, ਫੁੱਲਣਾ ਤੇ ਦੁਖੀ ਸੁਖੀ ਹੋਣਾ, ਇਹ ਇਤਿਆਦਿਕ ਜਿਹੜੇ 6 ਵਿਕਾਰ ਮੰਨੇ ਗਏ ਆ। ਇਸ
ਸਰੀਰ ਦਾ ਹਿੱਸਾ ਹੈ, ਪਰ ਇਹ ਆਤਮਾ ਦਾ ਹਿੱਸਾ ਨਹੀਂ ਗੇ। ਨਾ ਤੇ ਆਤਮਾ ਜੰਮਦੀ ਹੈ ਨਾ ਮਰਦੀ ਹੈ, ਨਾ ਆਤਮਾ ਵੱਧਦੀ ਹੈ ਤੇ ਨਾ ਘਟਦੀ ਹੈ। ਸਰੀਰ ਵੱਧਦਾ ਵੀ ਹੈ ਤੇ ਘਟਦਾ ਵੀ ਹੈ। ਸੋ ਜਦੋਂ ਬਾਲਪਨ ਹੁੰਦਾ, ਛੋਟਾ ਹੁੰਦਾ, ਸਰੀਰ ਜਵਾਨੀ ਤੱਕ ਵੱਧਦਾ ਰਹਿੰਦਾ ਹੈ। ਜਦੋਂ ਜਵਾਨੀ ਬਤੀਤ ਹੁੰਦੀ ਆ, ਵਡੇਪਾ ਆਉਣ ਲੱਗ ਜਾਂਦਾ ਤੇ ਫਿਰ ਘਟਣ ਲੱਗ ਜਾਂਦਾ, ਨਿਗਾਹ ਘਟਣ ਲੱਗ ਜਾਂਦੀ ਹੈ, ਕੰਨਾਂ ਦੇ ਸੁਣਨ ਦੀ ਸ਼ਕਤੀ ਘਟ ਜਾਂਦੀ ਹੈ, ਜ਼ਬਾਨ ਸਿਥਲ ਹੋ ਜਾਂਦੀ ਹੈ, ਸਾਫ਼ ਬੋਲ ਨਹੀਂ ਬੋਲਿਆ ਜਾਂਦਾ, ਪੈਰਾਂ ਤੋਂ ਤੁਰਿਆ ਨਹੀਂ ਜਾਂਦਾ, ਕਮਜ਼ੋਰ ਹੋ ਜਾਂਦੇ ਆ, ਹੱਥ ਨਿਰਬਲ ਹੋ ਜਾਂਦੇ ਆ। ਸੋ ਇਉਂ ਫਿਰ ਸਰੀਰ ਘਟ ਜਾਂਦਾ ਵਡੇਪੇ ਦੇ ਵਿੱਚ, ਸਮਰੱਥਾ ਘਟ ਜਾਂਦੀ ਹੈ ਇਸ ਦੀ। ਤੇ ਇਹ ਜਿਹੜੇ ਸਾਰੇ ਵਿਕਾਰ ਹੈ ਨਾ, ਇਹ ਆਤਮਾ ਦੇ ਵਿੱਚ ਨਹੀਂ ਗੇ। ਨਾ ਤੇ ਆਤਮਾ ਜੰਮਦੀ ਮਰਦੀ ਹੈ, ਨਾ ਵੱਧਦੀ ਘਟਦੀ ਹੈ, ਨਾ ਆਤਮਾ ਦੇ ਵਿੱਚ ਦੁੱਖ ਤੇ ਸੁੱਖ ਹਨ। ਲਖੀਏ ਸਰਬ ਸਰੀਰਨ ਮਾਹੀ। ਇਹ ਸਾਰੇ ਦੇ ਸਾਰੇ ਵਿਕਾਰ ਆ ਜਿਹੜੇ, ਇਹ ਸਰੀਰ ਦੇ ਵਿੱਚ ਹੀ ਦੱਸੀਦੇ ਹਨ, ਜਾਣੀਦੇ ਹਨ। ਜਨਮ ਅਸ਼ਟ ਅਰ ਵਿਦ ਪ੍ਰਣਾਮਾ। ਉਹਨਾਂ ਦੇ ਵਿੱਚੋਂ ਪਹਿਲਾ ਹੈ ਜਿਹੜਾ ਦੋਸ਼, ਉਹ ਇਹ ਹੈ ਜਨਮ ਲੈਣਾ। ਜਨਮ ਲੈ ਕੇ ਧਰਤੀ ਤੇ ਆਉਣਾ, ਫਿਰ ਅਸਤ ਹੋਣਾ, ਸਰੀਰ ਦਾ ਭਾਵ ਮਰ ਜਾਣਾ, ਬੁੱਢੇ ਹੋ ਜਾਣਾ, ਤੇ ਮਰ ਜਾਣਾ, ਬੁੱਢੇ ਹੋ ਜਾਣਾ। ਤੇ ਇਹ ਸਾਰੇ ਪ੍ਰਣਾਮ ਹਨ ਜਿਹੜੇ, ਪ੍ਰਣਾਮ ਨਾਮ ਹੈ ਬਦਲਾਅ ਦਾ। ਇਹ ਬਦਲਾਅ ਆ ਜਾਂਦੇ ਆ ਸਰੀਰ ਦੇ ਵਿੱਚ। ਖੀਨ ਹੋਣ ਮਰਨ ਦੁਖ ਧਾਮਾ। ਫਿਰ ਹੌਲੀ ਹੌਲੀ ਕਮਜ਼ੋਰ ਹੋਣਾ, ਕਮਜ਼ੋਰ ਹੋ ਕਰਕੇ ਤੇ ਫਿਰ ਮਰ ਜਾਣਾ। ਇਸ ਪ੍ਰਕਾਰ ਦੇ ਨਾਲ ਇਹ ਜਿਹੜਾ ਸਰੀਰ ਹੈ ਨਾ, ਇਹ ਦੁੱਖਾਂ ਦਾ ਘਰ ਜਾਪਦਾ, ਛੇ ਵਿਕਾਰਾਂ ਦੇ ਵਿੱਚ ਬੱਝਾ ਹੋਇਆ। ਪਰ ਇਹ ਛੇ ਦੇ ਛੇ ਵਿਕਾਰ, ਇਹ ਮੇਰੇ ਸਹਿਪਾਠੀਓ, ਆਤਮਾ ਦੇ ਵਿੱਚ ਨਜ਼ਰ ਨਹੀਂ ਆਉਂਦੇ। ਆਤਮਾ ਇਹਨਾਂ ਛੇ ਵਿਕਾਰਾਂ ਤੋਂ ਪਰੇ ਆ। ਇਸ ਕਰਕੇ ਆਤਮ ਗਿਆਨੀ ਬਣੋ, ਆਤਮਾ ਦੇ ਨਾਲ ਜੁੜੋ। ਉਹ ਗਿਆਨ ਤੇ ਜੁੜਾ ਵਾਹਿਗੁਰੂ ਦੀ ਬੰਦਗੀ ਦੇ ਵਿੱਚੋਂ ਤੇ ਸਤ ਸੰਗਤ ਦੇ ਵਿੱਚੋਂ ਪ੍ਰਾਪਤ ਹੁੰਦਾ। ਇਹ ਸ਼ੁਭ ਸਿੱਖਿਆ ਭਗਤ ਪ੍ਰਹਿਲਾਦ ਸਾਹਿਬ ਆਪਣੇ ਸਹਿਪਾਠੀਆਂ ਨੂੰ ਦ੍ਰਿੜ ਕਰਾ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਭਾਈ ਬਾਲੇ ਮਰਦਾਨੇ ਨੂੰ ਇਸ ਇਤਿਹਾਸ ਦੀ ਜਾਣਕਾਰੀ ਦੇ ਰਹੇ ਆ। ਸੋ ਅੱਗੇ ਜੋ ਇਤਿਹਾਸ ਦਾ ਪ੍ਰਸੰਗ ਆਏਗਾ, ਆਪਾਂ ਕੱਲ੍ਹ ਦੇ ਦੀਵਾਨ ਦੇ ਵਿੱਚ ਸ਼ਰਵਣ ਕਰਾਂਗੇ। ਇੱਥੋਂ ਤੱਕ ਪਵਿੱਤਰ ਇਤਿਹਾਸ ਦੀ ਵਿਚਾਰ ਕਰਦੇ ਹਾਂ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ, ਆਪ ਗੁਰੂ ਕੀ ਸੰਗਤ, ਸਤਿਗੁਰੂ ਸਾਹਿਬ ਬਖਸ਼ਣਹਾਰ, ਕਿਰਪਾ ਕਰਕੇ ਬਖਸ਼ ਲੈਣਾ ਜੀ। ਅੱਗੇ ਤੋਂ ਸ੍ਰੇਸ਼ਟ ਮਤ ਬਖਸ਼ਿਸ਼ ਕਰਨੀ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਹਟ ਬਿਕਾਰ ਆਤਮ ਲਹ ਨਾਹੀ। ਲਖੀਏ ਸਰਬ ਸਰੀਰਨ ਮਾਹੀ। ਜਨਮ ਅਸਤ ਅਰ ਵਿਦ ਪ੍ਰਣਾਮਾ। ਖੀਨ ਹੋਨ ਮਰਨੋ ਦੁਖ ਧਾਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे गोविंद हे गोपाल हे दयाल लाल। प्राणनाथ अनाथ सखे दीन दर्द निवार। हे समरथ अगम पूरन मोहे माया तार। अंधकूप महाभयान नानक पार उतार। हे अच्युत हे पार ब्रह्म अविनाशी अविनाश। हे पूरन हे सर्व मैं दुख भंजन गुणतास। हे संगी हे निरंकार हे निर्गुण सब टेक। हे गोविंद हे गुण निधान जाकै सदा विवेक। हे अपरंपर हर हरे है पी होवनहार। हे संतः कै सदा संग निधारा आधार। हे
ठाकुर हाउ दास रूह मैं निर्गुण गुण नहीं कोय। नानक दीजै नाम दान राखा हिय परोए। आए प्रभ शरणागति कृपा निध दयाल। एक अखर हर मन बसत नानक होत निहाल। वाहिगुरु नाम जहाज है चढ़े सो उतरै पार। जो सरदा कर सेम दे पार उतारन हार। जो सरदा कर सेम दे पार उतारन हार। वाहिगुरु जी का खालसा वाहिगुरु जी की फतेह। यार सेहत ठीक नहीं है पूरी तरह।